Like the video, subscribe to the channel and press the bell icon for latest video updates. ਗੱਲ ਬੀੜੀ ਬੂੜੀ ਨਹੀਂ ਅਜੇ ਡੁੱਬੀ। ਮੈਂ ਜਿਹੜੀ ਗੱਲ ਕਿ ਸਥਿਤੀ ਨੂੰ ਬਚਾਉਣ ਦੀ ਲੋੜ ਹੈ, ਕਰੈਕਟਿਵ ਮੈਜਰਸ ਲਏ ਜਾਣਗੇ। ਲੋਕ ਅੱਜ ਕਾਂਗਰਸ ਦੇ ਨਾਲ ਹੈ ਨੇ, ਕਾਂਗਰਸ ਦੀਆਂ ਪਾਲਿਸੀਆਂ ਨਾਲ ਹੈ ਨੇ, ਬਟ ਅਮਰਿੰਦਰ ਸਿੰਘ ਨਾਲ ਤੇ ਸੁਨੀਲ ਜਾਖੜ ਦਾ ਕੋਈ ਨਹੀਂ। ਇਹਨਾਂ ਦੀ ਵਰਕਿੰਗ ਤੋਂ ਬਿਲਕੁਲ ਨਾ ਖੁਸ਼ ਨੇ ਲੋਕ। ਇਹਨਾਂ ਨੂੰ ਬਦਲਣ ਦੀ ਲੋੜ ਹੈ ਜੇ ਕਾਂਗਰਸ ਨੂੰ ਬਚਾਉਣਾ। ਕਾਂਗਰਸ ਅਗੇ ਰਿਪੀਟ ਕਰਾਣੀ ਹੈ ਗਵਰਨਮੈਂਟ। ਜਿੰਨੀ ਜਲਦੀ ਇਹਨਾਂ ਨੂੰ ਹੱਥ ਜੋੜ ਕੇ ਦੋਨਾਂ ਨੂੰ ਘੱਲ ਦਿੱਤਾ ਜਾਏ, ਉਨਾ ਹੀ ਤੁਸੀਂ ਵੇਖੋਗੇ ਕਿ ਲੋਕਾਂ ਵਿੱਚ ਦੀਵਾਲੀ ਦਾ ਮਾਹੌਲ। ਦਰਸ਼ਕੋ, ਇਹ ਸੀ ਪ੍ਰਤਾਪ ਸਿੰਘ ਬਾਜਵਾ, MP ਰਾਜ ਸਭਾ। ਇਹ ਦੇਖੋ ਲੈਵਲ ਦੇ ਕੈਪਟਨ ਅਮਰਿੰਦਰ ਸਿੰਘ ਜੀ 'ਤੇ ਇਲਜ਼ਾਮ ਲਾ ਰਹੇ ਹੈਗੇ ਆ। ਇਸ ਤਰ੍ਹਾਂ ਹੀ ਜੇ ਤੁਸੀਂ ਇੱਧਰਲੀ ਸਾਈਡ ਤੋਂ ਦੇਖਿਆ ਜਾਵੇ, ਕੈਪਟਨ ਅਮਰਿੰਦਰ ਦੀ ਤਰਫ ਤੋਂ ਮਲਵਿੰਦਰ ਸਿੰਘ ਲੱਕੀ ਆ, कांग्रेस लीडर। इन्होंने कहा 4 गनमैनों की खातर भाजपा के पास बिके प्रताप सिंह बाजवा। मलविंदर सिंह लक्की ये सीनियर कांग्रेस लीडर हैगे आ। इन्हें दूलो साहब तो ये जोड़े बाजवा साहब इन्हों पार्टी बाहर कढ़न की गल कही हैगी। दूलो साहब का भी बड़ा वोक बयान सी। उन्होंने कहा भी 75% जोड़े कांग्रेस के MLA आ वो गैर कानूनी कामां विच उन्हां दी पार्टिसिपेशन आ, माफिया नाल मिलियो हैगे आ, उन्हां दी वख-वख माफिया नाल कनाइजेंस हैगी आ। सो ये जे सीनियर MPs वो भी कांग्रेस से इस तरह की गल कहण, ਇਹਦੇ ਨਾਲ ਕਾਂਗਰਸ ਨੂੰ ਤੇ ਖਾਸ ਤੌਰ 'ਤੇ ਕੈਪਟਨ ਅਮਰਿੰਦਰ ਦੀ ਸਰਕਾਰ ਨੂੰ ਬਹੁਤ ਨੁਕਸਾਨ ਹੋ ਸਕਦਾ ਹੈਗਾ। ਹਾਲਾਂਕਿ ਕੈਪਟਨ ਅਮਰਿੰਦਰ ਸਿੰਘ ਜੀ ਤਰਨਤਾਰਨ ਗਏ ਹੈਗੇ। ਉਹਨਾਂ ਨੇ 5-5 ਲੱਖ ਰੁਪਏ ਜਿਹੜੇ ਮ੍ਰਿਤਕ ਪਰਿਵਾਰਾਂ ਨੂੰ ਉਹਨਾਂ ਨੂੰ ਦੇਣ ਦਾ ਵਾਅਦਾ ਕੀਤਾ, ਨਾਲ ਨੌਕਰੀ ਦੇਣ ਦਾ ਵਾਅਦਾ ਕੀਤਾ, ਉਹਨਾਂ ਨਾਲ ਸਿੰਪਥੀ ਜਤਾਈ ਹੈਗੀ। ਚਲੋ ਬਤੌਰ CM ਚਾਹੇ ਥੋੜ੍ਹਾ ਜਿਹਾ ਲੇਟ ਗਏ ਹੈਗੇ, ਪਰ ਗਏ ਸਹੀ ਹੈਗੇ। ਉਹਨਾਂ ਨੇ ਕੁਛ ਸਰਕਾਰ ਵੱਲੋਂ ਕਰ ਸਕਦੇ ਸੀ, ਉਹਨਾਂ ਨੇ ਕੀਤਾ ਹੈਗਾ। ਪਰ ਜਿਸ ਸਭ ਤਰ੍ਹਾਂ ਦੀ ਅਟਰੈਕਟ ਜਿਹੜੀਆਂ ਹੋ ਰਹੀਆਂ ਹੈਗੀਆਂ, ਇੱਕ ਦੂਲੋ ਸਾਹਿਬ ਦਾ ਹੋਰ ਬਿਆਨ ਸੀਗਾ ਕਿ ਇਹ ਜਿਹੜੀ ਸਮਗਲਰਾਂ ਦੀ ਸਰਕਾਰ ਹੈਗੀ ਆ ਪੰਜਾਬ ਵਿੱਚ। ਇਹ ਕਹਿੰਦੇ ਜੇ ਸੋਨੀਆ ਗਾਂਧੀ ਨੇ ਮੈਨੂੰ ਬਾਹਰ ਕੱਢਣਾ ਤਾਂ ਕੱਢ ਦਿਓ, ਅਤੇ ਪਰ ਮੈਂ ਤਾਂ ਸਮਗਲਰਾਂ ਦੀ ਜਿਹੜੀ ਸਰਕਾਰ ਆ ਉਹਦਾ ਮੈਂ ਅਪੋਜ਼ ਕਰਾਂਗਾ। ਇਸ ਤਰ੍ਹਾਂ ਹੀ ਇਹਨਾਂ ਨੇ ਬਾਜਵਾ ਸਾਹਿਬ ਨੇ ਵੀ ਕਿਹਾ ਹੈਗਾ ਵੀ ਜਿਹੜਾ ਜਾਖੜ ਸਾਹਿਬ ਕੌਣ ਹੁੰਦੇ ਹੈਗੇ ਮੈਨੂੰ ਪਾਰਟੀ ਵਿੱਚੋਂ ਕੱਢਣ ਵਾਲੇ। ਸੋ ਇਵੇਂ ਲੱਗਦਾ ਹੈਗਾ ਜਿਵੇਂ ਕਿਸੇ ਵੀ ਲੀਡਰ ਨੂੰ ਪਾਰਟੀ ਹਾਈਕ ਦਾ ਕੋਈ ਡਰ ਨਹੀਂ, ਕੋਈ ਹੋਰ ਨਹੀਂ। ਇਹ ਬਹੁਤ ਅਜੀਬ ਜਿਹਾ ਸਿਸਟਮ ਕਾਂਗਰਸ ਦਾ ਇਸ ਵੇਲੇ ਹੋ ਗਿਆ ਲੱਗਦਾ ਹੈਗਾ। ਸੋ ਜੇ ਇਹਨਾਂ ਦੀ ਕਾਂਗਰਸ ਦੀ ਕੋਈ ਲੀਡਰਾਂ ਦੀ ਆਪਸ ਵਿੱਚ ਕੋਈ ਇੰਟਰਨਲ ਖਿੱਚੋਤਾਣ ਹੈਗੀ, ਇਹਨਾਂ ਨੂੰ ਇੱਦਾਂ ਪਬਲਿਕਲੀ ਨਹੀਂ ਇੱਦਾਂ ਦੇ ਵੀ ਵੇਅਰ ਕਰਨੇ ਚਾਹੀਦੇ ਹੈਗੇ। ਇਹਨਾਂ ਨੂੰ ਆਪ 'ਚ ਬੈਠ ਕੇ ਆਊਟਸਟੈਂਡਿੰਗ ਇਸ਼ੂ ਸੋਲਵ ਕਰਨੇ ਚਾਹੀਦੇ। ਇਹ ਕੈਪਟਨ ਅਮਰਿੰਦਰ ਸਿੰਘ ਜੀ ਉਹਨਾਂ ਨੂੰ ਜਿਹੜੇ ਪੀੜਤ ਫੈਮਲੀਆਂ ਦੇ ਜਿਹੜੇ ਹੈਗੇ ਬੰਦੇ ਤਾਂ ਮਾਰੇ ਹੈਗੇ, ਵਾਈਫਸ ਉਹਨਾਂ ਨੂੰ ਮਿਲੇ, ਉਹਨਾਂ ਨੇ ਸਿੰਪਥੀਜ਼ ਪ੍ਰਗਟ ਕੀਤੀ। 5 ਲੱਖ ਰੁਪਏ ਦਾ ਜਿਹੜਾ ਇਹਨਾਂ ਨੇ ਚੈੱਕ ਦਿੱਤੇ, ਕੁਝ ਸਟੇਟਮੈਂਟਸ ਦੇ ਰਹੇ ਹੈਗੇ। हाँ जी, बहुत वधिया काम कर गया जी। जो भी इन्होंने गरीबों परिवारों के हिसाब लेके गए और 2-2 ਲੱਖ रुपये का पहले इन्होंने चेक मिल चुका वा और 2 ਤੋਂ 5 करके 3 ਲੱਖ रुपये इन्होंने होर सहूलत मिल रही है। और नाल ये कह के गए भी जो नौकरी योग होंगे, मतलब पढ़े लिखे होंगे, उन्होंने कोई नौकरी भी दी जाऊगी और जिन्हों के कच्चे मकान पक्के करके दिए जाएंगे और पेंशन हो गई, राशन हो गया, इन्हों सारा बराबर तरीके से मिलूगा। धन्यवाद करते हैं जी कैप्टन साहब का, मुख्यमंत्री पंजाब का। हाँ जी, रोजगार देने की गल की बहुत धन्यवाद जी कैप्टन साहब का। मतलब रोजगार जोड़ा बच्चे योग होंगे, पढ़े लिखे होंगे, उन्होंने नौकरियां दी जाएंगियां, भावें किसी भी कोटे दी जाए। बहुत सलाना योग कदम आ जी उन्होंने। 5 ਲੱਖ रुपये 2 ਲੱਖ का मिल गया, 5 ਲੱਖ बच्चों आते तो नौकरी देव ਨੌਕਰੀ ਮੰਗ ਕੀਤੀ ਹੋ ਤੁਸੀਂ? हाँ जी की है। चलो रोटी खाने बच्चे कितों खानी, दिहाड़ी तो कोई ना कुछ नहीं है। ਜ਼ਹਿਰੀਲੀ ਸ਼ਰਾਬ ਨੂੰ ਲੈ ਕੇ ਜਿਹੜੀ ਬਹੁਤ ਵੱਡੀ ਟ੍ਰੈਜਡੀ ਹੋਈ ਹੈ, ਉਸ ਦੇ ਪੀੜਤ ਪਰਿਵਾਰਾਂ ਨੂੰ ਇਨਸਾਫ ਦਿਵਾਉਣ ਵਾਸਤੇ, ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਵਾਸਤੇ ਔਰ ਪੰਜਾਬ ਦੇ ਮੁੱਖ ਮੰਤਰੀ ਦਾ ਅਸਤੀਫਾ ਲੈਣ ਵਾਸਤੇ ਜਿਹੜਾ ਸੰਘਰਸ਼ ਸ਼੍ਰੋਮਣੀ ਅਕਾਲੀ ਦਲ ਨੇ ਸ਼ੁਰੂ ਕੀਤਾ, ਉਸੇ ਕੜੀ ਵਜੋਂ 11 ਅਗਸਤ ਨੂੰ ਦਿੱਲੀ ਵਿੱਚ ਸੋਨੀਆ ਗਾਂਧੀ ਦੇ ਘਰ ਦੇ ਸਾਹਮਣੇ ਇੱਕ ਸੰਕੇਤਕ ਰੋਸ ਧਰਨਾ ਵੀ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦੀ ਅਗਵਾਈ ਦੇ ਵਿੱਚ ਰੱਖਿਆ ਗਿਆ। ਅਸੀਂ ਦੇਸ਼ ਦੇ ਸਾਹਮਣੇ ਸੱਚਾਈ ਜਿਹੜੀ ਹੈ
ਉਹਦੇ ਤੋਂ ਪਰਦਾ ਚੁੱਕਣਾ ਚਾਹੁੰਦੇ ਹਾਂ ਕਿ ਕਿਸ ਤਰੀਕੇ ਕਿਸੇ ਟਾਈਮ ਰਾਹੁਲ ਗਾਂਧੀ ਨੇ ਆ ਕੇ ਪੰਜਾਬ ਦੇ ਵਿੱਚ ਪ੍ਰਚਾਰ ਕੀਤਾ ਸੀ ਕਿ 70% ਪੰਜਾਬੀ ਨਸ਼ੇੜੀ ਸਿਰਫ ਇਲੈਕਸ਼ਨ ਜਿੱਤਣ ਵਾਸਤੇ ਝੂਠਾ ਪ੍ਰਚਾਰ ਕੀਤਾ ਸੀ। ਅੱਜ ਕਾਂਗਰਸ ਦੇ ਲੀਡਰ ਕਹਿ ਰਿਹਾ ਕਿ 70% ਕਾਂਗਰਸ ਦੇ MLA ਮੰਤਰੀ ਲੀਡਰ ਸ਼ਰਾਬ ਦੀ ਤਸਕਰੀ ਦੇ ਵਿੱਚ, ਨਸ਼ੇ ਦੀ ਤਸਕਰੀ ਦੇ ਵਿੱਚ ਸ਼ਾਮਲ ਹੈ। ਤੇ ਹੁਣ ਸੋਨੀਆ ਗਾਂਧੀ ਕਿਉਂ ਚੁੱਪ ਹੈ ਔਰ ਰਾਹੁਲ ਗਾਂਧੀ ਕਿਉਂ ਚੁੱਪ ਹੈ? ਸਾਰੀ ਸਾਡੀ ਕੋਰ ਕਮੇਟੀ, ਸਾਰੇ ਸਾਡੇ MLA ਸਾਹਿਬਾਨ ਉਸ ਦਿਨ ਜਾ ਕੇ ਉੱਤੇ ਧਰਨਾ ਦੇਣਗੇ ਤੇ ਉਹਨਾਂ ਦੀ ਜਿਹੜੀ ਸਾਜ਼ਿਸ਼ੀ ਚੁੱਪ ਹੈ ਉਹਦੇ ਤੋਂ ਪਰਦਾ ਜਿਹੜਾ ਉਹ ਚੁੱਕਾ। ਐਡੀ ਵੀ ਕੀ ਮਜਬੂਰੀ ਹੋ ਗਈ ਕੈਪਟਨ ਸਾਹਿਬ, ਇਸ ਗੱਲ ਦੀ ਸਮਝ ਨਹੀਂ ਆ ਰਹੀ। ਪੰਜਾਬ ਵਾਸੀ ਇਸ ਗੱਲ ਨੂੰ ਦਿਨ ਰਾਤ ਸੋਚ ਰਹੇ ਹੈ। ਖੇਤੀਬਾੜੀ ਮਹਿਕਮਾ ਤੁਹਾਡੇ ਕੋਲ 3000 ਕਰੋੜ ਦਾ ਕਪੜਾ ਹੋ ਗਿਆ, ਗਰਾਊਂਡ ਰਿਪੋਰਟ ਤੁਹਾਡੇ ਕੋਲ ਪਹੁੰਚ ਨਹੀਂ ਰਹੀ। ਕਿਉਂ ਨਹੀਂ ਪਹੁੰਚ ਰਹੀ? ਕਿਉਂਕਿ ਰਲੀ ਮਿਲੀ ਭੁਗਤ ਜਿਹੜੀ ਸਾਰੀ ਚੱਲ ਰਹੀ ਹੈ। ਮਹਿਕਮੇ ਦੇ ਜਿਹੜੇ ਥੱਲੇ ਅਫਸਰ ਨੇ, ਬਹੁਤ ਛੋਟੇ ਛੋਟੇ ਅਫਸਰ ਜਾਂ ਕੁਝ ਜ਼ਿੰਮੇਵਾਰ ਅਫਸਰ ਵੀ, ਉਹ ਇਹਨਾਂ ਲੋਕਾਂ ਦੇ ਨਾਲ ਰਲੇ ਹੋਏ ਆ। ਜਿਹੜਾ ਐਡਾ ਵੱਡਾ ਸੀਡ ਸਕੈਮ ਹੋ ਗਿਆ, ਤੁਹਾਡੇ ਤੱਕ ਰਿਪੋਰਟ ਨਹੀਂ ਗਈ। ਇਹ ਮਿਲੀ ਭੁਗਤ ਤੋਂ ਬਗੈਰ ਨਹੀਂ ਹੋ ਸਕਦਾ ਕੈਪਟਨ ਸਾਹਿਬ। ਇਹ ਤੁਹਾਨੂੰ ਵਿਚਾਰਨਾ ਪੈਣਾ ਕਿੱਥੇ ਕਮੀ ਆ, ਕਿੱਥੇ ਕਮਜ਼ੋਰੀ ਆ। ਮਾਈਨਿੰਗ ਡਿਪਾਰਟਮੈਂਟ ਤੁਹਾਡੇ ਕੋਲ ਰੋਜ਼ ਸੈਂਕੜਿਆਂ ਦੀ ਗਿਣਤੀ ਦੇ ਵਿੱਚ, ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਤਲੁਜ ਔਰ ਬਿਆਸ ਦੇ ਵਿੱਚੋਂ ਟਿੱਪਰ ਭਰ ਕੇ ਰੇਤੇ ਦੇ ਨਿਕਲ ਰਹੇ ਆ। ਮਾਈਨਿੰਗ ਵਿਭਾਗ ਜਿਹੜਾ ਉਹ ਮੂਕ ਦਰਸ਼ਕ ਬਣ ਕੇ ਦੇਖ ਰਿਹਾ। ਜੇ ਕੋਈ ਗਰੀਬ ਆਪਣੇ ਘਰ ਲਈ ਅੱਧੀ ਟਰਾਲੀ ਰੇਤਾ ਲੈ ਆਉਂਦਾ ਤੇ ਪੁਲਿਸ ਵਾਲੇ ਫੜ ਕੇ ਉਹਦੇ ਤੇ ਪਰਚਾ ਦੇ ਦਿੰਦੇ ਆ, 379 ਲਾ ਦਿੰਦੇ ਆ, ਸਰਕਾਰੀ ਚੋਰੀ 'ਚ ਅੰਦਰ ਕਰ ਦਿੰਦੇ ਆ। ਪਰ ਜਿਹੜੇ ਵੱਡੇ ਟਿੱਪਰਾਂ ਵਾਲੇ ਜਿਹੜੇ 100 200 ਟਿੱਪਰ ਰੋਜ਼ ਇੱਕ ਜਗ੍ਹਾ ਤੋਂ ਕੱਢਦੇ ਆ, ਜਿਹੜੇ 50-100 ਟਰਾਲੀ ਕੱਢਦੇ ਆ, ਜਿਹੜੇ ਵੱਡੇ ਮਾਫੀਏ ਇਸ ਕੰਮ ਦੇ ਵਿੱਚ ਲੱਗੇ ਹੋਏ ਨੇ, ਉਹਨਾਂ ਨੂੰ ਦੇਖਣ ਦੀ ਪੁਲਿਸ ਤੇ ਮਾਨਿਕ ਵਿਭਾਗ ਦੀ ਹਿੰਮਤ ਨਹੀਂ। ਜੇ ਕੋਈ ਥਾਣੇਦਾਰ ਉਹਨਾਂ ਦੇ ਟਿੱਪਰ ਦਾ ਚਲਾਨ ਕੱਟਦਾ ਤੇ ਉਹ ਸਸਪੈਂਡ ਹੋ ਜਾਂਦਾ। ਇਸ ਦੇ ਪਿੱਛੇ ਸਰਪ੍ਰਸਤੀ ਕੀਤੀ ਹੈ। ਤੁਹਾਨੂੰ ਗਰਾਊਂਡ ਰਿਪੋਰਟ ਲੈਣੀ ਪੈਣੀ ਹੈ, ਕਿਉਂਕਿ ਦੇਖੋ ਇਹ ਸਾਰੇ ਪੰਜਾਬ 'ਚ ਵਰਤਾਰਾ ਚੱਲ ਰਿਹਾ ਹੈ। ਇਹ ਸਾਰੀਆਂ ਗੱਲਾਂ ਜਿਹੜੀਆਂ ਨੇ, ਦੇਖੋ ਸ਼ਰਾਬ ਦਾ ਕੰਮ, ਇਹ ਡਿਪਾਰਟਮੈਂਟ ਵੀ ਤੁਹਾਡੇ ਕੋਲ ਐਕਸਾਈਜ਼ ਦਾ, ਨਜਾਇਜ਼ ਸ਼ਰਾਬ ਬਣ ਰਹੀ ਹੈ ਪੰਜਾਬ ਦੇ ਵਿੱਚ। 5600 ਕਰੋੜ ਦਾ ਘਾਟਾ ਐਕਸਾਈਜ਼ ਡਿਪਾਰਟਮੈਂਟ ਨੂੰ ਝੱਲਣਾ ਪੈ ਗਿਆ। ਨਜਾਇਜ਼ ਸ਼ਰਾਬ ਜਿਹੜੀ ਆ ਉਹ ਵਿਕਣੋਂ ਬੰਦ ਨਹੀਂ ਹੋ ਰਹੀ। 2 ਲੱਖ ਲੀਟਰ ਇੱਕ ਕਾਂਗਰਸੀ ਲੀਡਰ ਦੇ ਘਰੋਂ ਸ਼ਰਾਬ ਫੜੇ ਜਾਣੀ। ਇਹ ਦੇਖੋ, ਇਹ ਮਿਲੀ ਭੁਗਤ ਨਹੀਂ ਤੇ ਹੋਰ ਕੀ ਹੈ? ਇਹ ਅਫਸਰਾਂ ਦੇ ਉੱਤੇ ਜਾਂ ਤਾਕਤ ਦਾ ਦਬਾਅ ਹੈ ਜਾਂ ਕੋਈ ਉਹਨਾਂ ਦੇ ਨਾਲ ਮਿਲੀ ਭੁਗਤ ਹੈ। ਇਹ ਸਾਰੀਆਂ ਗੱਲਾਂ ਸਾਹਮਣੇ ਆਉਣੀਆਂ ਚਾਹੀਦੀਆਂ ਨੇ। 150 ਪਰਿਵਾਰ ਉੱਜੜ ਗਿਆ, ਕਹਿਣ ਨੂੰ 150 ਬੰਦਾ ਮਰਿਆ, ਪਰ ਤੁਸੀਂ ਸੋਚੋ, ਕਿਉਂਕਿ ਸਰਕਾਰ ਕਈ ਵਾਰੀ ਇਹ ਸੋਚਦੀ ਹੈ ਕਿ 150 ਬੰਦਾ ਮਰਿਆ, ਪਰ 150 ਬੰਦਾ ਨਹੀਂ ਮਰਿਆ, 150 ਪਰਿਵਾਰ ਉੱਜੜਿਆ ਕੈਪਟਨ ਸਾਹਿਬ। ਔਰ ਉਹਨਾਂ ਦੇ ਉੱਤੇ ਡਿਪੈਂਡੈਂਟ ਜਿਹੜੇ ਉਹਨਾਂ ਦੇ ਮਾਂ-ਬਾਪ, ਬਿਰਧ ਮਾਂ-ਬਾਪ, ਉਹਨਾਂ ਦੀਆਂ ਧੀਆਂ, ਉਹਨਾਂ ਦੇ ਪੁੱਤਰ, ਉਹ ਜਿਹੜੇ ਹੋ ਗਏ ਵਾਂਝੇ ਉਹਨਾਂ ਤੋਂ, ਜਿਨ੍ਹਾਂ ਦਾ ਰੋਜੀ ਰੋਟੀ ਦਾ ਸਾਧਨ ਹੀ ਉਹ ਸੀ, ਉਹ ਕਿੱਥੇ ਜਾਣ? ਮੈਂ ਅਖਬਾਰ ਦੇ ਵਿੱਚ, ਅੰਗਰੇਜ਼ੀ ਦੀ ਅਖਬਾਰ ਦੇ ਵਿੱਚ ਖਬਰ ਲੱਗੀ ਆ, ਉਹ ਦੇਖ ਰਿਹਾ ਸੀ, 4 ਮਾਸੂਮ ਬੱਚੇ ਛੋਟੇ, ਬਾਪ ਜਾਲੀ ਸ਼ਰਾਬ ਦੇ ਨਾਲ ਮਰ ਗਿਆ, ਮਾਂ ਸਦਮੇ ਨੂੰ ਬਰਦਾਸ਼ਤ ਨਾ ਕਰਦੀ ਹੋਈ ਮਰ ਗਈ। ਉਹ 4 ਬੱਚਿਆਂ ਦਾ ਬਾਲੀ ਵਾਰਸ ਕੌਣ ਬਣੇ? ਮੈਂ ਹੈਰਾਨ ਆ ਇਸ ਗੱਲ ਤੋਂ। ਸਾਰਾ ਮਾਝਾ ਜਰਮਨਜੀਤ ਸਿੰਘ ਦਾ ਨਾਂ ਲੈ ਰਿਹਾ, ਉਹਦੇ ਉੱਤੇ ਕਾਰਵਾਈ ਕਿਉਂ ਨਹੀਂ ਹੋਈ? ਬਹੁਤ ਸਾਰੇ ਲੋਕ ਡੈਣੀ ਦਾ ਨਾਂ ਲੈ ਰਹੇ ਆ। ਧਾਰਮਿਕ ਬਿਰਤੀ ਵਾਲੇ MLA ਸਾਹਿਬ, ਜਿਨ੍ਹਾਂ ਨੇ ਤੁਹਾਡੇ ਹੱਥ ਦੇ ਵਿੱਚ ਗੁਟਕਾ ਸਾਹਿਬ ਫੜਾਇਆ ਸੀ, ਉਹਨਾਂ ਦੇ ਹਲਕੇ ਵਿੱਚ ਇਹ ਕੰਮ ਹੋਇਆ। ਇਹ ਕਿਵੇਂ ਹੋ ਗਿਆ? ਜਰਮਨਜੀਤ ਸਿੰਘ ਉਹਨਾਂ ਦਾ PA ਨਹੀਂ ਤਾਂ ਦੱਸੋ ਕੀ ਹੈ? ਜਰਮਨਜੀਤ ਸਿੰਘ ਰਾਹੀਂ ਲੋਕ ਸ਼ਰੇਆਮ ਉਂਗਲਾ ਕਰ ਰਹੇ ਨੇ ਕਿ ਪੈਸੇ ਦੇ ਕੇ ਧੰਦਾ ਚੱਲ ਰਿਹਾ ਸੀ। ਦੇਖੋ, ਜਿਸ ਬੰਦੇ ਨੇ ਤੁਹਾਡੇ ਹੱਥ ਦੇ ਵਿੱਚ ਗੁਟਕਾ ਸਾਹਿਬ ਫੜਾਇਆ ਹੋਵੇ, ਨਸ਼ੇ ਖਤਮ ਕਰਨ ਦੀ ਸਹੁੰ ਖਾਧੀ ਹੋਵੇ, ਉਸ ਦੇ ਹਲਕੇ ਦੇ ਵਿੱਚ ਜੇ ਨਸ਼ਾ ਵਿਕ ਰਿਹਾ ਹੋਵੇ ਤੇ ਉਸ MLA ਨੂੰ ਪਤਾ ਕਿਉਂ ਨਹੀਂ ਪਤਾ? ਇਸ ਗੱਲ ਦੀ ਵੀ ਸਾਰ ਲਈ ਜਾਵੇ। ਗਰਾਊਂਡ ਰਿਐਲਿਟੀ ਜਿਹੜੀ ਹੈ ਉਹ ਤੁਹਾਡੇ ਤੱਕ ਪਹੁੰਚਣ ਦੇ ਵਿੱਚ ਕਿਤੇ ਨਾ ਕਿਤੇ ਕਮੀ ਹੈ ਕੈਪਟਨ ਸਾਹਿਬ। ਪੰਜਾਬ ਜਿਹੜਾ ਹੈ ਉਹ ਧਿਆਨ ਮੰਗ ਰਿਹਾ ਹੈ। ਤੁਸੀਂ ਆਪਣੀ ਜਿਹੜੀ ਇੰਟੈਲੀਜੈਂਸ ਹੈ ਉਹਨੂੰ ਮਜ਼ਬੂਤ ਕਰੋ। ਤੁਸੀਂ ਜਿਹੜੀ ਗਰਾਊਂਡ ਰਿਐਲਿਟੀ ਆ ਉਹਨੂੰ ਜਾਣਨ ਦੀ ਕੋਸ਼ਿਸ਼ ਕਰੋ। ਮਾਝੇ ਵਾਲਿਆਂ ਨਾਲ ਦੇਖੋ, ਪਹਿਲਾਂ ਵੀ ਬਹੁਤ ਵੱਡੀਆਂ ਤਰਾਸਦੀਆਂ ਹੋਈਆਂ। 5 ਵਜ਼ੀਰ ਜਿਹੜੇ ਤੁਹਾਡੇ ਉੱਥੇ ਬੈਠੇ ਆ, 5 ਵਜ਼ੀਰ ਕਿਸੇ ਦੀ ਖਬਰ ਲੈਣ ਨਹੀਂ ਗਏ। ਉੱਥੇ ਦਾ ਕੋਈ MLA ਕਿਸੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਨਹੀਂ ਗਿਆ। ਕਿਉਂ ਨਹੀਂ ਗਿਆ? ਤਰਾਸਦੀ ਵਾਪਰ ਗਈ। ਲੋਕਾਂ ਦਾ ਦੁੱਖ ਸੁੱਖ ਤਾਂ ਸਰਕਾਰ ਨੇ ਸੁਣਨਾ ਹੁੰਦਾ। ਜੇ ਸਰਕਾਰ ਆਪਣੇ ਘਰ ਹੀ ਬੈਠ ਜਾਵੇ ਤਾਂ ਲੋਕਾਂ ਦਾ ਦੁੱਖ ਕੌਣ ਸੁਣੇ? ਸਰਕਾਰ ਨੂੰ ਤਾਂ ਚਾਹੀਦਾ ਇਹ ਸੀ
ਜੇ ਕੋਈ ਭਾਣਾ ਵਾਪਰ ਗਿਆ, ਲੋਕਾਂ ਦੀ ਬਾਹ ਫੜੀ ਜਾਂਦੀ, ਲੋਕਾਂ ਦੇ ਦੁੱਖ ਦੇ ਵਿੱਚ, ਉਹਨਾਂ ਦੀ ਔਖੀ ਘੜੀ ਦੇ ਵਿੱਚ ਉਹਨਾਂ ਦੇ ਨਾਲ ਖੜਿਆ ਜਾਂਦਾ। ਪਰ ਇਹ ਸਾਰਾ ਕੁਝ ਮਨਫੀ ਹੋ ਗਿਆ, ਕੋਈ ਉਹਨਾਂ ਦੇ ਦੁੱਖ ਦੇ ਵਿੱਚ ਨਹੀਂ ਖੜਿਆ ਹੋਇਆ। ਕੈਪਟਨ ਅਮਰਿੰਦਰ ਸਰਕਾਰ ਦੀ ਜਿਹੜੀ ਵਰਕਿੰਗ ਤੇ ਸਾਰੇ ਕਿੰਤੂ ਪਰੰਤੂ ਹੋਰ ਕਿਸੇ ਨੇ ਨਹੀਂ ਲਾਏ ਹੈਗੇ। ਪਾਰਟੀ ਦੇ ਸੀਨੀਅਰ ਲੀਡਰ ਉਹ ਵੀ ਜਿਹੜੇ ਹੈਗੇ ਮੈਂਬਰ ਪਾਰਲੀਮੈਂਟ ਰਾਜ ਸਭਾ ਨੇ, ਦੁੱਲੋ ਸਾਹਿਬ ਨੇ ਤੇ ਬਾਜਵਾ ਸਾਹਿਬ ਨੇ, ਉਹਨਾਂ ਨੇ ਗਵਰਨਰ ਸਾਹਿਬ ਨੂੰ ਕਿਹਾ ਹੈ CBI ਇਨਕੁਆਇਰੀ ਹੋਣੀ ਚਾਹੀਦੀ ਹੈਗੀ ਆ। ਇਹਦੇ ਤੋਂ ਇਹ ਕਿੰਨੀ ਵੱਡੀ ਗ੍ਰੈਵਿਟੀ ਹੈਗੀ ਆ ਇਸ ਸਿਚੁਏਸ਼ਨ ਦੀ। ਕੱਲ ਤਾਂ ਉਹਨਾਂ ਦਾ ਬਿਆਨ ਸੀ ਵੀ ਮੈਂ ਕੈਪਟਨ ਅਮਰਿੰਦਰ ਸਿੰਘ ਨੂੰ ਕਈ ਚਿੱਠੀਆਂ ਪਾਈਆਂ ਵੀ ਹਾਲਾਤ ਸੁਧਾਰੋ, ਉਹਨਾਂ ਨੇ ਕੋਈ MLA ਤੇ ਜਾਂ ਹੋਰ ਇਹਦੇ ਸੰਬੰਧੀ ਕਾਰਵਾਈ ਨਹੀਂ ਕੀਤੀ, ਇਸ ਕਰਕੇ ਅਸੀਂ ਅਪਰੋਚ ਕੀਤਾ ਹੈਗਾ। ਇਹ ਪੂਰਾ ਧੰਦਾ ਕੀ ਹੈਗਾ, ਅਖਬਾਰਾਂ ਵਿੱਚ ਹੈ 2000 ਕਰੋੜ ਰੁਪਏ ਦਾ ਇਹ ਜਿਹੜਾ ਹੈਗਾ ਜ਼ਹਿਰੀਲੀ ਸ਼ਰਾਬ ਦਾ ਮਾਫੀਆ ਹੈਗਾ। ਇਸ ਸੰਬੰਧੀ ਅਸੀਂ ਡਿਟੇਲ ਵਿੱਚ ਗੱਲਬਾਤ ਕਰਾਂਗੇ। ਸਾਡੇ ਨਾਲ ਜੁੜੇ ਨੇ ਸ਼੍ਰੀ ਹਰੀਸ਼ ਰਾਏ ਟਾਂਡਾ ਜੀ, ਜੋ ਕਿ ex-MLA ਨੇ, ਬੜੇ ਸੀਨੀਅਰ ਪੋਲੀਟੀਸ਼ੀਅਨ ਨੇ, ਪੰਜਾਬ ਐਂਡ ਹਰਿਆਣਾ ਬਾਰ ਕੌਂਸਲ ਦੇ ਚੇਅਰਮੈਨ ਵੀ ਰਹੇ ਹੈਗੇ, ਮੌਜੂਦਾ ਮੈਂਬਰ ਹੈਗੇ। ਟਾਂਡਾ ਸਾਹਿਬ, ਇਹ ਬੜਾ ਸੌਰੀ ਸਟੇਟ ਆਫ ਅਫੇਅਰ ਦਾ ਪਿੱਛੇ ਜੇ ਖੰਨਾ ਦੇ MLA ਦੇ ਇਲਜ਼ਾਮ ਲੱਗੇ ਸੀ, ਇੱਕ ਉਹ ਜਿਹੜੀ ਹੈਗੀ ਹੈ ਇਲੀਗਲ ਫੈਕਟਰੀ ਫੜੀ ਸੀ, ਫਿਰ ਰਾਜਪੁਰਾ ਵੀ, ਲੁਧਿਆਣੇ ਤੇ ਵੀ, ਫਿਰ ਇੱਧਰ ਸਿੱਕੀ ਸਾਹਿਬ ਹੈਗੇ ਆ, ਕਿੰਨੇ ਬੰਦੇ ਮਰ ਗਏ ਹੈਗੇ, ਹੋਰ ਬੰਦੇ ਮਰੀ ਜਾ ਰਹੇ ਹੈਗੇ। ਇਸ ਘਟਨਾਕ੍ਰਮ ਨੂੰ ਕਿਸ ਨਿਗਾਹ ਨਾਲ ਤੁਸੀਂ ਦੇਖਦੇ ਹੋ? ਪਰ ਜੀ ਇਹ ਬੜਾ ਕਲੀਅਰ ਹੈ, ਇਹਦੇ ਚ ਰਿਟ ਹੈ ਜਿਹੜੀ ਗਵਰਨਮੈਂਟ ਦੀ ਉਹ ਬਹੁਤ ਵੀਕ ਹੈ। ਹਾਂਜੀ, ਚੀਫ ਮਿਨਿਸਟਰ ਦੀ ਗ੍ਰਿਪ ਹੈ ਜਿਹੜੀ ਐਡਮਿਨਿਸਟ੍ਰੇਸ਼ਨ ਤੇ ਉਹ ਬਹੁਤ ਲੂਜ਼ ਹੈ, ਐਂਡ ਪੋਲੀਟੀਕਲੀ ਵਨਰੇਬਲ ਹੈ CM ਸਾਹਿਬ ਅੱਜ ਦੀ ਡੇਟ 'ਚ। ਜਿਸ ਤਰੀਕੇ ਨਾਲ 2 ਮੈਂਬਰ ਪਾਰਲੀਮੈਂਟਸ ਨੇ ਗਵਰਨਰ ਨੂੰ ਮਿਲ ਕੇ ਇੱਕ ਓਪੋਜੀਸ਼ਨ ਦਾ ਰੋਲ ਨਿਭਾਇਆ ਹੈ, ਉਹਦੇ ਇਲਾਵਾ ਕੈਬਨਿਟ ਦੇ ਵਿੱਚ ਜਿਸ ਕਿਸਮ ਦੇ ਸੁਰ ਸੁਣਨ ਨੂੰ ਮਿਲੇ ਹੈ ਤੇ ਡੈਸਪਰੇਸ਼ਨ ਚੀਫ ਮਿਨਿਸਟਰ ਸਾਹਿਬ ਦੀ ਨਜ਼ਰ ਆਈ ਹੈ, ਜਿਹਦੇ 'ਚ ਉਹਨਾਂ ਨੇ ਕਿਹਾ ਕਿ ਮਰਡਰ ਦਾ ਕੇਸ ਰਜਿਸਟਰ ਕਰ ਦਿਓ। ਆਈ ਥਿੰਕ ਹੀ ਹੈਜ਼ ਬਿਕਮ ਅਨਸਟੇਬਲ। ਦੇਖੋ, ਉਹਨਾਂ ਨੂੰ ਮੈਨੂੰ ਲੱਗਦਾ ਹੈ ਰਾਸਤੇ ਨਹੀਂ ਲੱਭ ਰਹੇ, ਜਵਾਬ ਨਹੀਂ ਲੱਭ ਰਹੇ, ਐਕਸਪਲੇਨੇਸ਼ਨ ਨਹੀਂ ਮਿਲ ਰਹੀ। ਇੱਕ ਮੁੱਖ ਮੰਤਰੀ ਹੋ ਕੇ ਇਸ ਕਿਸਮ ਦੇ ਕਮੈਂਟਸ ਕਰਨ ਕਿ ਮਰਡਰ ਕੇਸ ਰਜਿਸਟਰ ਕਰ ਦਿਓ, ਇਸ ਤੋਂ ਬੜੀ ਡੈਸਪਰੇਸ਼ਨ ਵਾਲੀ ਸਥਿਤੀ ਨਜ਼ਰ ਨਹੀਂ ਆ ਸਕਦੀ ਜਿਹੜੀ ਹੁਣ ਨਜ਼ਰ ਆ ਰਹੀ ਹੈ। ਐਂਡ ਮੈਨੂੰ ਲੱਗਦਾ ਹੈ ਕਿ ਉਹਨਾਂ ਨੂੰ ਐਡਮਿਨਿਸਟ੍ਰੇਸ਼ਨ ਦੇ ਵਿੱਚ ਉਹ ਫੇਲ ਹੋ ਚੁੱਕੇ ਹੈ ਐਂਡ ਉਹਨਾਂ ਨੂੰ ਆਨਸਰਸ ਨਹੀਂ ਨਜ਼ਰ ਆ ਰਹੇ। ਦੇਖੋ, ਪੁਲਿਸ ਫਾਇਰਿੰਗ ਦੇ 2 ਵਿਕਟਿਮਸ ਹੋਏ ਸੀਗੇ, ਉਹ ਇਸ਼ੂ ਕਿੱਡਾ ਬੜਾ ਇਹਨਾਂ ਨੇ ਉਡਾਇਆ। ਅੱਜ 100 ਤੋਂ ਉੱਤੇ ਬੰਦੇ ਮਰ ਗਏ ਹੈ ਤੇ ਉਹੀ ਕੈਪਟਨ ਸਾਹਿਬ ਦੇ ਦੰਦਾਂ ਦੇ ਵਿੱਚ ਦੂਜੀ ਜ਼ੁਬਾਨ ਆ ਗਈ। ਹੁਣ ਕਹਿੰਦੇ ਆ ਕਿ ਡੈਥਸ ਨੂੰ ਪੋਲਿਟਿਸਾਈਜ਼ ਨਾ ਕਰੋ, ਡੈਥਸ ਤੇ ਬੋਲੋ ਨਾ। ਤੁਸੀਂ ਅੱਜ ਤੱਕ ਕੀਤਾ ਕੀ ਹੈ? ਪੋਲਿਟਿਸਾਈਜ਼ ਹੀ ਕੀਤਾ ਤੁਸੀਂ ਅੱਜ ਤੱਕ। ਤੁਸੀਂ ਆਪੋਜੀਸ਼ਨ ਦਾ ਰੋਲ ਕੀ ਅਦਾ ਕੀਤਾ ਸੀ? ਪੋਲਿਟਿਸਾਈਜ਼ ਕਰਨ ਦੇ ਇਲਾਵਾ ਕੋਈ ਕੰਸਟਰਕਟਿਵ ਆਪੋਜੀਸ਼ਨ ਤਾਂ ਕੀਤੀ ਨਹੀਂ ਸੀ। ਹੁਣ ਜਦ ਸ਼ੀਸ਼ੇ ਅੱਗੇ ਖੜੇ ਇਹਨਾਂ ਨੂੰ, ਉਹਦੇ ਨਾਲੋਂ ਕਿਤੇ ਜ਼ਿਆਦਾ ਮਲਟੀਪਲ ਸੀਰੀਅਸ ਮਾਹੌਲ ਨਜ਼ਰ ਆ ਰਿਹਾ ਮੁੱਖ ਮੰਤਰੀ ਜੀ ਨੂੰ, ਤੇ ਮੁੱਖ ਮੰਤਰੀ ਜੀ ਇਜ਼ ਟ੍ਰੈਂਬਲਿੰਗ, ਹੀ ਇਜ਼ ਆਊਟ ਆਫ ਆਨਸਰਸ, he has no reasons to explain, ਕੋਈ explanation ਨਹੀਂ ਹੈ। ਐਂਡ ਮੈਂ ਸਮਝਦਾ ਇਸ ਤੋਂ ਵੱਧ ਵਨਰੇਬਲ ਕਦੇ ਕੈਪਟਨ ਅਮਰਿੰਦਰ ਸਿੰਘ ਨਹੀਂ ਸੀ ਹੋਏ ਇਹ ਮੌਜੂਦਾ ਗਵਰਨਮੈਂਟ ਦੇ ਦੌਰਾਨ। ਇਹਦਾ ਇੱਕ ਦੁੱਲੋ ਸਾਹਿਬ ਤੇ ਬਾਜਵਾ ਸਾਹਿਬ ਤਾਂ ਪਹਿਲਾਂ ਵੀ ਬੜੇ ਵੋਕਲ ਰਹੇ ਸੀ, ਤੁਹਾਨੂੰ ਪਤਾ, ਉਹਨਾਂ ਨੇ 3-4 ਬੜੀਆਂ ਬੋਲਡ ਇੰਟਰਵਿਊ ਦਿੱਤੀਆਂ ਹੈਗੀਆਂ। ਦੁੱਲੋ ਸਾਹਿਬ ਵੀ ਹੁਣ ਨਾਲ ਆ ਗਏ ਹੈਗੇ ਆ। ਇਹਨਾਂ ਦੀ ਕੋਈ ਪਰਸਨਲ ਰੰਜਿਸ਼ ਹੈਗੀ ਵੀ ਜਾਂ ਇਹ ਵਾਕਿਆ ਹੀ ਸਟੇਟ ਲਈ ਕਨਫਰਮ ਇਹ ਕੰਸਰਨ ਹੈਗੇ, ਜਾਂ ਇਹ ਵੀ ਥੋੜੀ ਇੱਕ ਮੀਡੀਆ ਵਿੱਚ ਅਫਵਾਹਾਂ ਉੜੀਆਂ ਵੀ ਇਹ ਸ਼ਾਇਦ ਇਹਨਾਂ ਦਾ ਟਿਲਟ BJP ਵੱਲ, ਕਿਉਂਕਿ ਪੋਲਿਟਿਕਸ ਵਿੱਚ ਐਵਰੀਥਿੰਗ ਇਜ਼ ਪੋਸੀਬਲ ਐਟ ਐਨੀ ਟਾਈਮ। ਕੀ ਲੱਗਦਾ ਤੁਹਾਨੂੰ? ਦੇਖੋ, ਬਾਜਵਾ ਸਾਹਿਬ ਸਟੇਟ ਦੇ ਮੁਖੀ ਰਹੇ ਹੈ, ਕੈਪਟਨ ਸਾਹਿਬ ਉਹਨਾਂ ਨੂੰ ਐਲਬੋ ਕਰਕੇ ਆਪ ਬਣੇ ਸੀ। ਹਾਂਜੀ। ਫਿਰ ਉਹਨਾਂ ਦਾ ਬੇਸ ਗੁਰਦਾਸਪੁਰ ਹੈ। ਹਾਂਜੀ। ਗੁਰਦਾਸਪੁਰ ਦੀ ਜਦ ਇਲੈਕਸ਼ਨ ਆਈ ਤਾਂ ਕੈਪਟਨ ਸਾਹਿਬ ਨੇ ਇੱਕ ਬਹੁਤ ਬੜਾ ਮੈਨੂਪੂਲੇਸ਼ਨ ਕਰਕੇ ਜਾਖੜ ਸਾਹਿਬ ਨੂੰ ਉੱਥੇ ਕੈਂਡੀਡੇਟ ਬਣਾਤਾ। ਇਹਨਾਂ ਨੂੰ ਉਹਨਾਂ ਦੀ ਟਰਫ ਦੇ ਉੱਤੇ ਗਰਾਊਂਡ ਕੀਤਾ, ਜ਼ੀਰੋ ਕੀਤਾ। ਤੇ ਤੁਸੀਂ ਕੀ ਸੋਚਦੇ ਹੋ, ਉਹਨਾਂ ਦੇ ਕੋਲ ਅੰਦਰ ਇਹਨਾਂ ਦੇ ਖਿਲਾਫ ਕੋਈ ਗੁੱਸਾ ਜਾਂ ਗਿਲਾ ਨਹੀਂ ਹੈ? ਜਦ ਕੈਪਟਨ ਸਾਹਿਬ
ਐਂਡ ਜਦ ਉਹਨਾਂ ਨੂੰ ਨਜ਼ਰ ਆਊਗਾ ਕਿ ਕੈਪਟਨ ਸਾਹਿਬ ਡਿਗੇ ਪਏ ਆ ਤੇ ਉਹ ਕਿਲ ਲਈ ਕਿਉਂ ਨਹੀਂ ਜਾਣਗੇ, ਦੇ ਵਿਲ ਗੋ ਫॉर ਅ ਕਿਲ। ਇਹਨਾਂ ਨੂੰ ਇਹ ਕਹਿਣਾ ਕਿ ਹੁਣ ਇਹ ਜਦ ਤੁਸੀਂ ਸਿਆਸਤ ਇਹੋ ਜਿਹੀ ਖੇਡਦੇ ਹੋ, ਇੱਕ ਬੰਦੇ ਨੂੰ ਮਾਰਨ ਦੀ ਕੋਸ਼ਿਸ਼ ਕਰਦੇ ਹੋ, ਪੋਲੀਟੀਕਲੀ ਕਿਲ ਕਰਨ ਦੀ ਕੋਸ਼ਿਸ਼ ਕਰਦੇ ਹੋ, ਫਿਰ ਤੁਸੀਂ ਇਹ ਐਕਸਪੈਕਟ ਕਰਦੇ ਹੋ ਕਿ ਤੁਹਾਨੂੰ ਬਖਸ਼ ਦੂਗਾ, ਤੁਹਾਡੇ ਤੇ ਲੀਨੀਅੰਸੀ ਦਿਖਾਊਗਾ, ਤੁਹਾਡੇ ਤੇ ਇਗਨੋਰੈਂਸ ਦਿਖਾਊਗਾ। ਜਦ ਤੁਸੀਂ ਵਨਰੇਬਲ ਅੱਖਾਂ ਬੰਦ ਕਰ ਲਊਗਾ, ਉਹ ਮੂੰਹ ਬੰਦ ਕਰ ਲਊਗਾ, ਉਹ ਬੋਲੂਗਾ ਨਹੀਂ, ਬੋਲਣਗੇ ਕਿਉਂ ਨਹੀਂ ਬੋਲਣਗੇ? ਹਾਂਜੀ ਹਾਂਜੀ ਹਾਂਜੀ। ਇਹ ਦੁੱਲੋ ਸਾਹਿਬ ਦਾ ਕੀ ਮਸਲਾ ਲੱਗਦਾ ਹੈਗਾ? ਦੁੱਲੋ ਸਾਹਿਬ ਤਾਂ ਜਾਣ ਕੇ ਹੀ ਆ ਗਏ ਹੈਗੇ ਆ। ਮੈਨੂੰ ਲੱਗਦਾ ਇਹ ਜਦੋਂ ਕੈਪਟਨ ਸਾਹਿਬ ਹੰਸਰਾਜ ਹੰਸ ਨੂੰ ਮੈਂਬਰ ਪਾਰਲੀਮੈਂਟ ਰਾਜ ਸਭਾ ਦਵਾਉਣਾ ਚਾਹੁੰਦੇ ਸੀ, ਦੁੱਲੋ ਸਾਹਿਬ ਮਤਲਬ ਛਤਰੀ ਰਾਹੀਂ ਉਦੋਂ ਉਹਨਾਂ ਨੇ ਇਹੋ ਐਮਪੀਸ਼ਿਪ ਲਈ, ਉਦੋਂ ਦਾ ਕੋਈ ਕਿਰੜ ਹੈਗੀ ਇਹਨਾਂ ਦੇ ਮਨ 'ਚ? ਨਹੀਂ, ਛਤਰੀ ਰਾਹੀਂ ਨਹੀਂ ਲਈ। ਦੁੱਲੋ ਸਾਹਿਬ ਇੱਕ ਪੁਰਾਣੇ ਸਮੇਂ ਦੇ ਟੌਲ ਲੀਡਰ ਹੈ। ਹਾਂਜੀ। ਜਦ ਮੁੱਖ ਮੰਤਰੀ ਸੀਗੇ ਆਪਣੇ ਬੇਅੰਤ ਸਿੰਘ ਜੀ, ਉਸ ਟਾਈਮ ਇਹ ਨੰਬਰ 1 ਵਰਚੁਅਲੀ ਕੈਬਨਿਟ ਮਿਨਿਸਟਰ ਸੀ। ਐਂਡ ਦਲਿਤ ਲੀਡਰਸ਼ਿਪ ਹੈ ਜਿਹੜੀ, ਉਹ ਪੰਜਾਬ 'ਚ ਕਿਤੇ ਨਾ ਕਿਤੇ ਫਲਰਿਸ਼ ਨਹੀਂ ਹੋਈ ਕਾਂਗਰਸ ਦੇ ਅੰਡਰ। ਕੇਪੀ ਸਾਹਿਬ ਨੂੰ ਵੀ ਸਾਈਡਲਾਈਨ ਕਰ ਦਿੱਤਾ ਗਿਆ, ਜਗਜੀਤ ਜੀ ਰਹੇ ਨਹੀਂ, ਉਹਨਾਂ ਦੇ ਭਰਾ ਸੰਤੋਖ, ਉਹ ਇੰਨੀ ਉਹਨਾਂ ਦਾ ਇਨਫਲੂਐਂਸ ਨਹੀਂ ਹੈ। ਤੇ ਦੁੱਲੋ ਸਾਹਿਬ ਨੇ ਉਸ ਟਾਈਮ ਜਦ ਹੰਸਪਾਲ ਜੀ ਦੀ ਰਾਜ ਸਭਾ ਦੀ ਗੱਲ ਸੀ, ਇਹਨਾਂ ਨੇ ਇਸ਼ੂ ਰੇਸ ਕਰਕੇ ਆਪਣੇ ਲਈ ਸਪੇਸ ਕ੍ਰੀਏਟ ਕੀਤੀ ਹੈ, ਕ੍ਰੀਏਟ ਕਰਕੇ ਆਏ ਹੈ। ਤੇ ਜਦ ਮੈਂਬਰ ਪਾਰਲੀਮੈਂਟ ਬਣ ਗਏ ਆ ਤੇ ਕੈਪਟਨ ਸਾਹਿਬ ਦਾ ਰਾਜ ਹੋ ਗਿਆ, ਉਹਨਾਂ ਨੂੰ ਇਗਨੋਰ ਕੀਤਾ ਹੋਇਆ। ਕੁਐਸਚਨ ਤਾਂ ਇੰਨੇ ਆ ਭੱਟ ਸਾਹਿਬ, ਜਦ ਤੁਸੀਂ ਪਾਵਰ ਨੂੰ ਸ਼ੇਅਰ ਐਂਡ ਸ਼ੇਪ ਨਹੀਂ ਕਰਦੇ, ਟੁਗੇਦਰ ਨਹੀਂ ਚੱਲਦੇ, ਤੁਸੀਂ ਦੂਜਿਆਂ ਨੂੰ ਸਫੋਕੇਟ ਕਰਦੇ ਹੋ, ਫਿਰ ਜਦ ਉਹਨਾਂ ਨੂੰ ਮੌਕਾ ਮਿਲੂਗਾ ਤਾਂ ਆਪਣੀਆਂ ਗਨ ਬਲੇਜ਼ਿੰਗ ਆਉਣਗੇ, ਪੂਰੀ ਜਿੱਥੇ ਜਿੱਥੇ ਉਹਨੂੰ ਮੌਕਾ ਮਿਲੂ ਉੱਥੇ ਉੱਥੇ ਉਹ ਚਾਕ ਕਰਨਗੇ। ਹਾਂ, ਇਹ ਵੈਸੇ ਕੈਪਟਨ ਸਾਹਿਬ ਹੈ ਤਾਂ ਬੜੇ ਸਿਆਣੇ ਸਿਆਸਤਦਾਨ, ਪਰ ਇਸ ਲੈਵਲ ਦੀਆਂ ਪਤਾ ਨਹੀਂ ਕਿਉਂ ਇਹ ਮਤਲਬ ਉਹਨਾਂ ਨੇ, ਮੈਂ ਤਾਂ ਗਲਤੀਆਂ ਕਹੂੰਗਾ, ਵੱਡੀਆਂ ਗਲਤੀਆਂ ਉਹਨਾਂ ਤੋਂ ਹੋ ਗਈਆਂ ਹੈਗੀਆਂ। ਇੱਕ ਉਹ ਅਨਫੋਰਚੂਨੇਟਲੀ ਉਹ ਜਿਹੜੇ ਤੁਹਾਡੇ ਲੁਧਿਆਣੇ ਤੋਂ ਮੰਤਰੀ ਆਸ਼ੂ ਸਾਹਿਬ, ਮੈਂ ਰਾਤੀ ਸੁਣ ਰਿਹਾ ਸੀ, ਇੱਕ ਉਹ ਜਿਹੜਾ ਪੇਂਟ ਵਾਲੇ ਸੱਜਣ ਉਹ ਫੜੇ ਸੀ, ਉਹ ਉਹਨਾਂ ਨੂੰ ਹੀ ਡਿਫੈਂਡ ਕਰੀ ਜਾਂਦੇ ਆ, ਕਹਿੰਦੇ ਜੀ ਥਿਨਰ ਇਹਨਾਂ ਦਾ ਲਿਜਾ ਕੇ ਪਤਾ ਨਹੀਂ ਤੀਜੇ ਚੌਥੇ ਨੰਬਰ ਤੇ ਪਤਾ ਨਹੀਂ ਕਿਵੇਂ ਕਿੱਥੇ ਵੇਚਦੇ ਹੈਗੇ ਆ, ਇਹ ਕਿੱਥੇ ਹੈਗੇ ਆ, ਮੇਰੇ ਨੋਨ ਹੈਗੇ। ਉਹ ਇਦਾਂ ਦਾ ਬਿਆਨ ਮੈਨੂੰ ਮਤਲਬ ਇਹ ਜਿਹੜੇ ਸੁਣਨ ਵਾਲਿਆਂ ਨੇ ਲਾਈਕ ਨਹੀਂ ਕੀਤਾ ਹੈਗਾ। ਉਹਨਾਂ ਨੂੰ ਚਾਹੀਦਾ ਸੀ ਵੀ ਚਾਹੇ ਮੇਰੇ ਨੋਨ ਹੈਗੇ ਆ, ਜੇ ਕਿ ਕਸੂਰਵਾਰ ਹੈਗੇ ਤਾਂ ਇਹਨਾਂ ਤੇ ਐਜ਼ ਪਰ ਕਾਨੂੰਨ ਕਾਰਵਾਈ ਹੋਏਗੀ, ਇਹ 'ਚ ਕਿਹੜੀ ਗੱਲ ਆ? ਦੇਖੋ ਆਸ਼ੂ ਜੀ ਹੈ ਜਿਹੜੇ, ਹਾਂਜੀ, ਉਹ ਬੜੀ ਕੁਇਕ ਰਾਈਜ਼ ਆ ਉਹਨਾਂ ਦੀ। ਹਾਂਜੀ, ਉਹ ਬੜੇ ਸਿਸਟਮੈਟਿਕ ਢੰਗ ਦੇ ਨਾਲ ਇਸ ਚੇਅਰ ਤੇ ਬੈਠੇ ਹੈ, ਐਂਡ ਉਹਨਾਂ ਦੀ ਰਾਜਨੀਤੀ ਮੈਨੂਪੂਲੇਸ਼ਨ ਦੀ ਰਾਜਨੀਤੀ ਹੈ, ਮੈਨੂਪੂਲੇਟ ਕਰਦੇ ਹੈ। ਉਹ ਤਾਂ ਪਹਿਲਾਂ ਨਾਮ ਹੀ ਨਹੀਂ ਸੀ ਸੁਣਿਆ ਬਹੁਤਾ ਕਿਸੇ, ਈਵਨ ਅਸੀਂ ਮੀਡੀਆ ਵਾਲਿਆਂ ਨੇ ਨਹੀਂ ਸੀ ਸੁਣਿਆ, ਆਲ ਆਫ ਅ ਸਡਨ ਆ ਗਏ। ਆਲ ਆਫ ਅ ਸਡਨ ਆਏ। ਪਹਿਲਾਂ ਉਹਨਾਂ ਨੇ ਪ੍ਰਿਯੰਕਾ ਜੀ ਦਾ ਇੱਕ OST ਨੂੰ ਕਬਜ਼ਾ ਕੀਤਾ, ਫਿਰ ਉਹਨੂੰ ਪਿੱਛੇ ਛੱਡਤਾ, ਫਿਰ ਪੰਡਿਤ ਬ੍ਰਾਹਮਣ ਪੋਲਿਟਿਕਸ ਹੈ ਉਹਦੇ ਚੋਂ ਮਰਜ ਕੀਤੇ, ਉਹਦੇ ਚੋਂ ਮਰਜ ਕਰਕੇ ਹੁਣ ਉਹ ਡਾਇਰੈਕਟ ਪੀਂਗ ਵਾਲੇ ਪੋਲੀਟੀਸ਼ੀਅਨ ਹੈ, ਜਿਹੜੇ ਡਾਇਰੈਕਟ ਆਨਸਰ ਕਰਦੇ ਹੈ ਐਂਡ ਬਹੁਤ ਵੱਡਾ ਇਨਫਲੂਐਂਸ ਯੀਲਡ ਕਰਦੇ ਆ। ਉਹ ਅੱਜ ਦੀ ਡੇਟ ਦੇ ਵਿੱਚ ਉਹਨਾਂ ਦੀ ਰਿਟ ਲੁਧਿਆਣੇ ਦੇ ਵਿੱਚ ਐਵੇਂ ਚੱਲਦੀ ਹੈ ਜਿਵੇਂ ਇਲਾਹੀ ਨਾਮ ਹੁੰਦਾ, ਐਂਡ ਇਸ ਕਿਸਮ ਦੇ ਰਿਐਕਸ਼ਨਸ ਕਰਨੇ ਉਹਨਾਂ ਤੋਂ ਬਹੁਤ ਹੈਰਾਨੀਜਨਕ ਗੱਲ ਨਹੀਂ ਹੈ, ਕਿਉਂਕਿ ਇਹਨਾਂ ਦਾ ਆਪਣਾ ਵੀ ਪਿਛੋਕੜ ਕੁਝ ਐਸੇ ਕਿਸਮ ਦਾ ਰਿਹਾ ਹੈ। ਇਹ ਕੋਈ ਮਾੜੇ ਤੋਂ ਮਾੜੇ ਮੀਨਸ ਯੂਜ਼ ਕਰਕੇ ਕਿਤੇ ਪਹੁੰਚਣਾ ਜਾਂ ਦੂਜਿਆਂ ਨੂੰ ਲਤਾੜਨਾ, ਉਹਨੂੰ ਇਹ ਬੁਰਾ ਨਹੀਂ ਮਨਾਉਣਗੇ। ਇਹਨਾਂ ਦਾ ਵੇ ਆਫ ਵਰਕਿੰਗ ਹੈ ਸਾਰੇ, ਐਂਡ ਕੋਈ ਪੋਲੀਟੀਕਲ ਆਈਡੀਓਲੋਜੀ ਨਹੀਂ ਹੈ ਬਹੁਤ ਸਟਰੋਂਗ ਇਹਨਾਂ ਦੇ। ਮੈਂ ਤਾਂ ਦੇਖਦਾ ਉਹਨਾਂ ਬੋਰਡ ਲੱਗੇ ਹੁੰਦੇ ਟੀਮ ਆਸ਼ੂ, ਹੀ ਡਜ਼ਨਟ ਕਲੇਮ ਕਿ ਕਾਂਗਰਸ ਦਾ ਨਾਮ ਲੈਣੇ, ਆਪਣੀ ਟੀਮ ਦੀ ਗੱਲ ਕਰਦੇ ਆ। ਐਂਡ ਇਸ ਕਿਸਮ ਦਾ ਕਮੈਂਟ ਕਰਨਾ ਦੇਖੋ ਡੈਮੇਜਿੰਗ ਤਾਂ ਹੈ ਕਾਂਗਰਸ ਦੀ, ਪਰ ਇਹਦੇ ਤੋਂ ਇੱਕ ਚੀਜ਼ ਹੋਰ ਭਰਜ ਜੀ ਸਾਹਮਣੇ ਆਉਂਦੀ ਹੈ, ਇਹਦਾ ਮਤਲਬ ਕੈਪਟਨ ਸਾਹਿਬ ਦੀ ਕੰਟਰੋਲ 'ਚ ਨਹੀਂ ਹੈ। ਇਹ ਮਤਲਬ ਕੈਪਟਨ ਸਾਹਿਬ ਦੀ ਜਿਹੜੀ ਪੋਜੀਸ਼ਨ ਹੈ ਐਸ ਚੀਫ ਮਿਨਿਸਟਰ, ਉਹ ਸਟੇਬਲ ਬਲੌਕਸ 'ਚ ਨਹੀਂ ਹੈ ਉਹਨਾਂ ਦੇ ਫੀਟ ਹੁਣ ਇਸ ਟਾਈਮ। ਐਂਡ ਇਸੇ ਕਰਕੇ ਮੰਤਰੀ ਜਿਵੇਂ ਬੋਲ ਰਹੇ ਆ, ਤੁਸੀਂ ਦੇਖੋ ਮੈਂ ਕੈਬਨਿਟ 'ਚੋਂ ਹਲੇ ਕਿ ਪੂਰੀ ਆਵਾਜ਼ ਤਾਂ ਕੈਬਨਿਟ ਦੀ ਬਾਹਰ ਨਹੀਂ ਆਉਂਦੀ, ਪਰ ਜਿੰਨੀ ਥੋੜੀ ਬਹੁਤ ਚੂੰ ਚਾਂ ਨਿਕਲਦੀ ਹੈ ਬਾਹਰ, ਉਹਦੇ ਤੋਂ ਬੜਾ ਕਲੀਅਰ ਹੋ ਜਾਂਦਾ। ਇੱਕ ਤਾਂ ਤੁਸੀਂ ਆਸ਼ੂ ਜੀ ਦੀ ਜ਼ਿਕਰ ਕੀਤੀ, ਦੋ ਹੋਰ ਮੰਤਰੀਆਂ ਨੇ ਆਸ਼ੂ ਦੇ ਨਾਲ ਰਲ ਕੇ ਰੌਲਾ ਪਾਇਆ ਕਿ SSPਆਂ ਤੇ ਐਕਸ਼ਨ ਲਓ, SSPਆਂ ਨੂੰ ਕਿਉਂ ਛੱਡ ਦਿੱਤਾ। ਫਿਰ ਕੈਪਟਨ ਸਾਹਿਬ ਨੂੰ ਫਰਸਟ੍ਰੇਸ਼ਨ 'ਚ ਕਹਿਣਾ ਪਿਆ
302 ਲਗਾ ਦਿਓ, ਮਰਡਰ ਕੇਸ ਲਗਾ ਦਿਓ। ਮਤਲਬ ਇਹ 304 ਵੀ ਨਜਾਇਜ਼ ਹੈ। 304 ਕਾਹਦੀ ਹੈ? ਇਹ ਤਾਂ ਮੈਨੂੰ ਦੱਸੋ, ਤੁਸੀਂ ਮਰਡਰ ਕੇਸ ਵੀ ਛੱਡੋ, 304 ਵੀ ਛੱਡੋ, ਮੋਰਲ ਰਿਸਪੌਂਸਿਬਿਲਿਟੀ ਨਹੀਂ ਬਣਦੀ? ਹਾਂ, ਬਹੁਤ ਵੱਡੀ ਹੈ ਜੀ। 100 ਤੋਂ ਉੱਤੇ ਬੰਦਾ ਮਰ ਜਾਵੇ, ਕੈਪਟਨ ਸਾਹਿਬ ਨੇ ਬਥੇਰਾ ਰਾਜ ਕਰ ਲਿਆ, ਛੱਡ ਦੇਣ ਥੋੜੀ ਦੇਰ, ਕਿਸੇ ਹੋਰ ਨੂੰ ਕਰ ਲੈਣ। ਵਾਟ ਇਜ਼ ਦੀ ਪ੍ਰੋਬਲਮ? ਹਾਂਜੀ, ਮਿਨਿਸਟਰੀ ਛੱਡ ਦੇਣ ਆਪਣੀਆਂ, ਇਹ ਹੋਮ ਤੇ ਇਹ ਛੱਡ ਦੇਣ, ਕਿਸੇ ਹੋਰ ਨੂੰ ਦੇ ਕੇ ਦੇਖ। ਇਹ ਦੇਖੋ ਐਡਾ ਬੜਾ ਇਨਸੀਡੈਂਟ ਹੈ, ਕੈਪਟਨ ਸਾਹਿਬ ਭੁੱਲ ਜਾਣ, ਇਲੈਕਸ਼ਨਸ ਤੱਕ ਇਹਦੀਆਂ ਵਾਈਬ੍ਰੇਸ਼ਨਸ ਜਾਣਗੀਆਂ। ਛੋਟਾ ਇਨਸੀਡੈਂਟ ਨਹੀਂ ਹੈ। ਇਹਨੂੰ ਜੇ ਪ੍ਰੋਪਰਲੀ ਡੀਲ ਨਾ ਕੀਤਾ, ਕਾਂਗਰਸ ਨੂੰ ਬਹੁਤ ਬੜਾ ਨੁਕਸਾਨ ਹੋਣਾ ਹੈ। ਆਲਰੇਡੀ ਹੋ ਗਿਆ। ਦੇਖੋ ਆਮ ਆਦਮੀ ਪਾਰਟੀ ਚ, ਅਕਾਲੀ ਦਲ ਚ ਤਾਂ ਇੱਕਦਮ ਜਾਨ ਪੈ ਗਈ ਹੈ ਉਹਨਾਂ ਦੇ ਵਿੱਚ। ਦੇ ਆਰ ਔਨ ਦੀ ਸਟਰੀਟਸ। ਉਹ ਸਿੱਕੀ, ਇਟਸ ਵੈਰੀ ਸ਼ੌਕਿੰਗ ਟੂ ਹੀਅਰ, ਸਿੱਕੀ ਇੱਕ ਇੰਪ੍ਰੈਸ਼ਨ ਉਹਨਾਂ ਦਾ ਹੈ ਕਿ ਹੀ ਇਜ਼ ਹਾਈਲੀ ਰਿਲੀਜੀਅਸ ਮੈਨ। ਹਰਮੰਦਰ ਸਾਹਿਬ ਦੇ ਵਿੱਚ ਮਹੀਨਾ ਜਿਹੜੀ ਲੇਡੀ ਆ, ਪਿੰਡ ਦੀ ਲੇਡੀ ਨੇ, ਉਹਨੇ ਸ਼ਰੇਆਮ ਉਹ FIR ਜੇ ਉਹਦਾ ਨਾਂ ਲਿਖਾਇਆ ਹੈਗਾ ਵੀ ਇਹਦਾ ਕਰਕੇ ਸਾਨੂੰ ਹੋਇਆ ਹੈਗਾ ਨਾ। ਮਤਲਬ ਬੜਿਆਂ ਦੇ ਨਾਮ ਹੈ ਜੀ, ਬੜਿਆਂ ਦੇ ਨਾਮ ਹੈ। ਅੱਗੇ ਵੀ ਅੰਮ੍ਰਿਤਸਰ ਦੇ ਵਿੱਚ ਇੱਕ ਇਨਸੀਡੈਂਟ ਹੋਇਆ, ਉਦੋਂ ਕੈਪਟਨ ਸਾਹਿਬ ਸ਼ਾਇਦ ਨੀਂਦ ਦੇ ਵਿੱਚ ਹੋਣੇ ਹੈ। ਇੱਕ ਮੈਰਿਜ ਪੈਲੇਸ ਦੇ ਵਿੱਚ ਇਕੱਠ ਹੁੰਦਾ ਹੈ, ਉੱਥੇ SHO ਜਾਂਦਾ ਹੈ, ਇਕੱਠੇ ਸ਼ਰਾਬ ਪੀਂਦੇ ਹੈ, ਸ਼ਰਾਬ ਪੀ ਕੇ ਫਿਰ HO ਸਾਹਿਬ ਉੱਥੋਂ ਬਾਹਰ ਚਲੇ ਜਾਂਦੇ ਹੈ। ਉਹ ਬੰਦੇ ਕਬਜ਼ਾ ਕਰਨ ਚਲੇ ਜਾਂਦੇ ਆ, ਉੱਥੇ ਡਬਲ ਮਰਡਰ ਹੋ ਜਾਂਦਾ। ਉਹ ਸਾਰਾ ਫਿਰ ਕਾਰਪੇਟ ਦੇ ਨੀਚੇ ਦਬ ਦਿੱਤਾ ਜਾਂਦਾ ਹੈ। ਬਹੁਤ ਜ਼ਿਆਦਾ ਪੋਲੀਟੀਕਲ ਇੰਟਰਫੀਅਰੈਂਸ ਇਨ ਕ੍ਰਿਮੀਨਲ ਐਕਟਸ ਐਂਡ ਇਨ ਫੋਰਸਿੰਗ ਦੀ ਪੁਲਿਸ ਨਾਟ ਟੂ ਟੇਕ ਦੀ ਐਕਸ਼ਨ। ਇਹ ਹਾਈ ਪੁਆਇੰਟ ਰਿਹਾ ਇਸ ਗਵਰਨਮੈਂਟ ਦਾ, ਐਂਡ ਇਹ ਰਿਐਕਸ਼ਨਸ ਆਣੇ ਸੀ। ਇਹ ਲੇਟ ਹੋ ਗਏ। ਮੈਂ ਤਾਂ ਸੋਚਦਾ ਸੀਗਾ ਕਿਤੇ ਸਾਲ ਡੇਢ ਸਾਲ ਪਹਿਲਾਂ ਆਉਣਗੇ, ਜਾਂ ਹੁਣ ਰਿਐਕਸ਼ਨਸ ਆਣੇ ਸ਼ੁਰੂ ਹੋ ਗਏ। ਇਹਨਾਂ ਨੂੰ ਬਚਣਾ ਬਹੁਤ ਔਖਾ ਹੋ ਜਾਣਾ। ਤੁਹਾਡੇ ਇੰਨਾ ਜ਼ਿਆਦਾ ਟਾਂਡਾ ਸਾਹਿਬ, ਜਿਵੇਂ ਖੰਨੇ ਵੀ ਇੱਕ ਫੈਕਟਰੀ ਅਨਅਰਥ ਹੋਈ ਸੀ, ਰਾਜਪੁਰੇ ਵੀ ਹੋਈ ਸੀ, ਜੇ ਉਸ ਵੇਲੇ ਸਹੀ ਐਕਸ਼ਨ ਲੈ ਲੈਂਦੇ, ਜੇ ਕੋਈ ਜਗਰਾਉਂ ਚ ਵੀ ਹੋਈ, ਜਗਰਾਉਂ ਪੁਲਿਸ ਸਟੇਸ਼ਨ ਚ ਵੀ ਹੋਈ, ਉਹਦਾ ਕੁਝ ਨਹੀਂ ਕੀਤਾ। ਬਾਕੀਆਂ ਨੂੰ ਉਸੇ ਵੇਲੇ ਕੰਨ ਹੋ ਜਾਣੇ ਸੀ ਸਾਰਿਆਂ ਨੂੰ। ਕੰਨ ਕੀ, ਜਾਂ ਕਰਨਾ ਹੀ ਕੁਝ ਨਹੀਂ। ਸਿੱਟ ਬਣਾ ਕੇ ਤਾਂ ਮਸਲਾ ਟਾਲਣਾ, ਮਸਲਾ ਟਾਲ ਲਿਆ। ਆਹ ਨਵਾਂ ਮਸਲਾ ਸ਼ੁਰੂ ਹੋ ਗਿਆ ਤਾਂ ਇਹ ਰੈਲੇਵੈਂਟ ਆ ਗਿਆ। ਜੇ ਨਵਾਂ ਮਸਲਾ ਨਾ ਹੁੰਦਾ ਤੇ ਪੁਰਾਣੀਆਂ ਸਿਟਸ ਦੇ ਇਸ਼ੂ ਕਿਸੇ ਨੇ ਚੱਕਣਾ ਸੀ? ਰੁੜ ਗਿਆ ਸੀ ਸਾਰਾ। ਕਿਹਨੇ ਪੈਸੇ ਕਮਾਏ ਆ? ਇਹਨਾਂ ਨੂੰ ਇੰਟਰਸਟ ਨਹੀਂ ਕਿ ED ਇਹਦੇ ਵਿੱਚ ਇੰਟਰਫੀਅਰ ਕਰ ਲਵੇ, ED ਨਾਲ ਸ਼ੇਅਰ ਕਰ ਲੈਣ। ED ਕੋਲ ਰਿਸੋਰਸਿਸ ਹੈ, ED ਕੋਲ ਟੂਲਸ ਹੈਗੇ ਟੂ ਅਨਅਰਥ ਦੀ ਮਨੀ, ਹਵਾਲੇ ਨਾਲ ਜਿਹੜਾ ਗਿਆ ਹੋਊਗਾ। ਕਿਉਂ ਨਹੀਂ ED ਨੂੰ ਦਿੰਦੇ? ਵਾਈ ਦੇ ਸ਼ੁਡ ਸ਼ੇਅਰ ਵਿਦ ਦੀ ED। ਉਹ ਨਹੀਂ ਦਿੰਦਾ ਮਤਲਬ ਦੇ ਆ ਕਿਸੇ ਨੂੰ ਪ੍ਰੋਟੈਕਟ ਕਰ ਰਹੇ ਆ ਕੈਪਟਨ ਸਾਹਿਬ। ਇਹਦੇ ਤੋਂ ਕੋਈ ਡਾਊਟ ਨਹੀਂ ਹੈ। ਦੇਖੋ ਤੁਹਾਨੂੰ ਤੇ ਮੈਨੂੰ ਨਹੀਂ ਪਤਾ ਕਿ ਕਿਹਨੂੰ ਪ੍ਰੋਟੈਕਟ ਕਰ ਰਹੇ ਨੇ, ਪਰ ਤਾਂ ਪੀਪਲ ਇਨ ਪਾਵਰ ਨੋ ਇਟ। ਪੂਰੀ ਕੈਬਨਿਟ ਨੂੰ ਪਤਾ ਹੋਣਾ ਕਿਹੜਾ ਪ੍ਰੋਟੈਕਟ ਹੋ ਰਿਹਾ ਬੰਦਾ, ਕੌਣ ਇਨਵੋਲਵ ਸੀ, ਸਭ ਨੂੰ ਪਤਾ ਹੈ। ਹੁਣ ਦੇਖੋ ਤੁਸੀਂ ਕੇਜਰੀਵਾਲ ਨੂੰ ਲੈ ਲਓ, ਦਿੱਲੀ ਦੇ ਇਸ਼ੂਜ਼ ਦੇ ਵਿੱਚ ਉਹਨਾਂ ਦਾ ਕਾਉਂਸਲਰ ਇਨਵੋਲਵਡ ਹੈ। ਹੀ ਹੈਜ਼ ਟੋਟਲੀ ਡੰਪਡ। ਪਹਿਲਾਂ ਇੱਕ MLA ਹੋਇਆ ਸੀ ਪਿਛਲੀ ਗਵਰਨਮੈਂਟ ਚ, ਉਹਨਾਂ ਨੇ ਉਹਨੂੰ ਪਿੱਛੇ ਉਹਦਾ ਸਾਥ ਛੱਡਤਾ ਸੀ। ਲੀਡਰ ਹੈਜ਼ ਟੂ ਐਕਟ ਲਾਈਕ ਦਿਸ। ਤੁਸੀਂ ਜਿਹੜੀ ਚੀਜ਼ ਤੁਹਾਡੇ ਤੇ ਭਾਰ ਪਾਉਂਦੇ ਆ ਉਹਨੂੰ ਨਾਲ ਚੱਕੀ ਫਿਰਦੇ ਹੋ। ਤੁਸੀਂ ਉਹ ਰੂਹ ਦੀ ਪੰਡ ਜਿਹੜੀ ਹਰ ਵਾਰ ਦਰਿਆ ਪਾਰ ਕਰਨ ਲਈ ਦਬ ਲਵੇ ਤੁਹਾਨੂੰ, ਉਹਨੂੰ ਕਿਉਂ ਚੱਕਦੇ ਹੋ? ਉਹ ਭਾਰ ਪਾਉਂਦੀ ਹੈ ਰੂਹ ਦੀ ਪੰਡ, ਹੈ ਨਾ। ਹਾਂਜੀ। ਅੱਛਾ, ਇੱਕ ਦੋ ਗੱਲਾਂ ਹੋਰ ਦੱਸੋ ਇਹਦੇ ਵਿੱਚ। ਦੇਖੋ ਜਿਹੜੀ SIT ਹੁਣ ਬਣਾਈ ਆ, ਇੱਕ DIG ਉਹ ਜਿਹੜੇ ਹੈਗੇ ਆ ਮਾਨ ਸਾਹਿਬ ਹੈਡ ਕਰ ਰਹੇ ਆ, ADGP ਲਾਅ ਐਂਡ ਆਰਡਰ ਈਸ਼ਵਰ ਜੀ ਕਰ ਰਹੇ ਹੈਗੇ ਆ। ਇਹਨਾਂ ਦੀ ਜਿਹੜੀ ਇਨਕੁਆਇਰੀ ਜਾਂ ਕਿੰਨੀ ਕੁ ਇਫੈਕਟਿਵ ਹੋਏਗੀ? ਉਹਦੇ ਵਿੱਚ ਪੋਲੀਟੀਸ਼ੀਅਨ ਫਿਰ ਬਾਹਰ ਆ ਜਾਣਗੇ, ਜਿਹੜੇ 5-10 ਬੰਦੇ ਹੈਗੇ ਆ ਨੋਰਮਲ, ਜੇ ਉਹ ਫਸਾ ਕੇ ਉਹਨਾਂ ਦੇ ਮੁਕੱਦਮੇ ਦਰਜ ਕਰ ਦੇਣਗੇ। ਇਹ ਸਹੀ ਇਨਸਾਫ ਮਿਲ ਪਾਏਗਾ SIT ਨਾਲ? ਤੁਹਾਨੂੰ ਕੀ ਲੱਗਦਾ? ਦੇਖੋ ਜੇ ਗਵਰਨਮੈਂਟ ਦੀ ਇੱਛਾ ਹੈਗੀ ਤਾਂ ਹੋ ਜਾਊਗਾ। ਦੇਖੋ ਈਸ਼ਵਰ ਸਿੰਘ ਵਰਗਾ ਆਫਿਸਰ ਕਦੇ 2 ਦੂਣੀ 5 ਨਹੀਂ ਕਰੂਗਾ, 2 ਦੂਣੀ 4 ਹੀ ਕਰੂਗਾ। ਇਹੀ ਉਸ ਆਦਮੀ ਦਾ ਕਰੈਕਟਰ ਹੈ। ਉਹਨਾਂ ਦਾ ਜਿਹੜਾ ਪਾਸਟ ਰਿਕਾਰਡ ਹੈ ਉਹ ਬੜਾ ਕਲੀਅਰ ਹੈ, ਉਹ ਕਿਸੇ ਸ਼ੇਡਸ ਦੇ ਵਿੱਚ ਨਹੀਂ ਜਾਂਦਾ। ਹੀ ਇਜ਼ ਅ ਪ੍ਰੋਫੈਸ਼ਨਲ। ਐਂਡ ਜੇ ਉਹਨਾਂ ਨੂੰ ਫਰੀਡਮ ਦੇਣਗੇ, ਦੇਖੋ ਕੱਲਾ ਬੰਦਾ ਨਹੀਂ ਕਰਦਾ, ਜੇ ਉਹਨਾਂ ਨੂੰ ਟੋਟਲ ਫਰੀਡਮ ਦੇ ਦੇਣਗੇ ਉਹ ਸਾਰਾ ਕੁਝ ਬਾਹਰ ਕੱਢ ਲਿਆ। ਇਹ ਪਰ ਜੀ 24 ਘੰਟੇ ਦਾ ਕੰਮ ਜੇ CM ਨੇ ਕਰਨਾ, ਇਹ ਜੇ CM ਨੇ ਟਾਲਣਾ ਮਸਲਾ, ਫਿਰ ਸਿਟਸ ਬਣਾਈ ਚੱਲੇ। ਕਾਹਦੀਆਂ ਸਿਟਸ ਹੈ? ਮੈਨੂੰ ਇੱਕ ਗੱਲ ਦੱਸੋ, ਆ ਪਿਛਲੇ 3 ਦਿਨਾਂ ਦੇ ਵਿੱਚ ਇੰਨੀ ਲਾਹਣ ਕਿਉਂ ਲੱਭਣ ਲੱਗ ਗਈ? ਇਹਦਾ ਮਤਲਬ ਕਿੰਨੇ ਦੇਰ ਤੋਂ ਹੋਏਗੀ ਲਾਹਣ ਜਿਹੜੀ ਇੰਨੀ 2-3 ਦਿਨਾਂ ਚ ਲੱਭ ਲਈ ਇਹਨਾਂ ਨੇ? ਹੈ ਹੀ ਨਹੀਂ ਇੰਨੀ। ਮੈਨੂੰ ਇੱਕ ਸ਼ੌਕਿੰਗ ਇਨਸੀਡੈਂਟ ਨਜ਼ਰ ਆਉਂਦਾ। ਲੁਧਿਆਣੇ ਚ ਕੀਤਾ, ਇੱਕ CIA ਸਟਾਫ ਦਾ SHO ਸਾਹਿਬ ਹੈ,
ਉਹਨਾਂ ਨੇ 3-4 ਦਿਨ ਪਹਿਲਾਂ ਕਹਿੰਦੇ ਮੈਂ ਰੇਡ ਮਾਰੀ 2 ਲੱਖ ਲੀਟਰ ਲਾਨ ਮੈਂ ਫੜ ਲਈ, ਉਹ ਮੈਂ ਦਰਿਆ 'ਚ ਰੋੜਤੀ। ਤੇ ਉਸ ਆਪਣੇ ਫੋਟੋ ਖਿਚਾ ਕੇ ਲਾਈ ਹੋਈ ਹੈ। ਉਹਦੇ ਵਿੱਚ ਜਿਹੜਾ ਡਰਮ ਨਜ਼ਰ ਆਉਂਦਾ ਭੱਠੀ ਦਾ ਉਹ ਵੀ ਨਵਾਂ ਹੈ, 2 ਡਰਮ ਹੋਰ ਆ ਉਹ ਵੀ ਨਵੇਂ ਹੈ, ਇੱਕ ਪਤੀਲਾ ਹੈਗਾ, ਉਹ ਕਹਿੰਦੇ ਜੀ ਆ ਮੈਂ ਫੜ ਲਿਆ। ਉਹਨੇ ਕੋਈ ਪਿੰਡ ਦਾ ਨੌਜਵਾਨ ਨਹੀਂ ਛੱਡਿਆ ਜਿਹਦਾ ਨਾਮ ਉਹਦੇ ਵਿੱਚ ਨਾ ਲਿਖਤਾ ਹੋਵੇ, ਜਿਹੜੇ ਮੌਕੇ ਤੋਂ ਭੱਜ ਗਏ। ਪੁਲਿਸ ਜਾਵੇ ਤੇ ਮੌਕੇ ਤੋਂ ਭੱਜ ਜਾਣ। ਐਂਡ ਹੁਣ ਕੀ ਹੈ ਕਿ ਜਿਹੜੇ ਦਰਿਆ ਦੇ ਬੈਲਟ ਦੇ ਵਿੱਚ ਵਿਚਾਰੇ ਰਾਜ ਸਿੱਖ ਰਹਿੰਦੇ ਆ, ਯੰਗ ਮੁੰਡੇ, ਕੋਈ ਨਹੀਂ ਛੱਡੇ ਜਿਨ੍ਹਾਂ ਦਾ ਉਹਦੇ 'ਚ ਨਾਮ ਨਹੀਂ ਲਿਖਤਾ।